ने 1500 ਬਰਾੜਾਂ ਨੂੰ ਨਾਲ ਲੈ ਕੇ ਗੁਰੂ ਜੀ ਦਾ ਸਾਥ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਵਿੱਚ ਔਰੰਗਜ਼ੇਬ ਨੂੰ ਜੋ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਸਾਰੀ ਬਰਾੜ ਕੌਮ ਮੇਰੇ ਨਾਲ ਹੈ। ਤਾਂ ਇਹ ਸੀ ਸਿੱਧੂ ਅਤੇ ਬਰਾੜਾਂ ਦਾ ਇਤਿਹਾਸ। ਸਿੱਧੂ ਅਤੇ ਬਰਾੜ ਜੱਟਾਂ ਦਾ ਸਭ ਤੋਂ ਤਗੜਾ ਅਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪੂਰੇ ਪੰਜਾਬ ਵਿੱਚ ਸਿੱਧੂ ਬਰਾੜਾਂ ਦੀ ਗਿਣਤੀ ਸਾਰੇ ਗੋਤਾਂ ਨਾਲੋਂ ਜ਼ਿਆਦਾ ਹੈ। ਇਹ ਸਿੱਧੇ, ਬੜਬੋਲੇ ਅਤੇ ਲੜਾਕੂ ਸੁਭਾਅ ਦੇ ਹੁੰਦੇ ਹਨ। ਅਣਖ ਨਾਲ ਜਿਉਣਾ ਤੇ ਸੱਚ ਲਈ ਲੜਨਾ ਇਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ। ਇਸ ਵੀਡੀਓ 'ਚ ਆਪਾਂ ਜਾਣਾਂਗੇ ਕਿ ਕਿੰਨਾ ਪੁਰਾਣਾ ਹੈ ਸਿੱਧੂ ਅਤੇ ਬਰਾੜਾਂ ਦੇ ਗੋਤ ਦਾ ਇਤਿਹਾਸ। ਕਿਉਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ 'ਚ ਬਰਾੜਾਂ ਦਾ ਜ਼ਿਕਰ ਕੀਤਾ। ਆਓ ਜਾਣਦੇ ਹਾਂ ਸਿੱਧੂਆਂ ਦਾ ਪਿਛੋਕੜ ਤੇ ਬਰਾੜਾਂ ਨਾਲ ਸਿੱਧੂਆਂ ਦੀ ਸਾਂਝ ਦਾ ਇਤਿਹਾਸ। ਸਿੱਧੂ ਅਤੇ ਬਰਾੜ ਅਸਲ 'ਚ ਭੱਟੀ ਰਾਜਪੂਤਾਂ ਦੇ ਵੰਸ਼ 'ਚੋਂ ਹਨ। ਭੱਟੀ ਰਾਜਪੂਤ ਬਹੁਤ ਹੀ ਤਾਕਤਵਰ ਬਰਾਦਰੀ ਸੀ। ਇਹਨਾਂ ਦਾ ਮਥੁਰਾ ਤੋਂ ਗਜਨੀ ਤੱਕ ਰਾਜ ਹੁੰਦਾ ਸੀ ਤੇ ਇਹਨਾਂ ਨੂੰ ਯਦਵੰਸ਼ੀ ਵੀ ਆਖਿਆ ਜਾਂਦਾ ਸੀ, ਯਾਨੀ ਕਿ ਸ਼੍ਰੀ ਕ੍ਰਿਸ਼ਨ ਦੀ ਅੰਸ਼ 'ਚੋਂ ਸਨ ਭੱਟੀ ਰਾਜਪੂਤ। ਤੇ ਮਾਲਵੇ ਦੇ ਭੱਟੀ ਰਾਜਪੂਤਾਂ ਦੀ ਪੀੜ੍ਹੀ 'ਚੋਂ ਪੈਦਾ ਹੋਇਆ ਸਿੱਧੂ ਤੇ ਸਿੱਧੂਆਂ ਦੀ 10ਵੀਂ ਪੀੜ੍ਹੀ ਵਿੱਚ ਪੈਦਾ ਹੋਇਆ ਬਰਾੜ। ਅੱਜ ਤੋਂ ਤਕਰੀਬਨ 17,000 ਸਾਲ ਪਹਿਲਾਂ ਭੱਟੀ ਰਾਜਪੂਤ ਬਰਾਦਰੀ ਦਾ ਇੱਕ ਰਾਜਾ ਹੋਇਆ ਜਿਸ ਦਾ ਨਾਮ ਸੀ ਭੱਟੀ ਰਾਓ। ਭੱਟੀਆਂ ਦੇ ਰਾਜ ਸਮੇਂ ਭੱਟੀ ਰਾਓ ਨੇ ਆਪਣੇ ਨਾਮ ਤੇ ਭੱਟੀ ਵਿੰਡਾ ਪਿੰਡ ਵਸਾਇਆ ਜੋ ਅੱਜਕੱਲ ਬਠਿੰਡਾ ਦੇ ਨਾਮ ਨਾਲ ਮਸ਼ਹੂਰ ਹੈ। ਕਾਫੀ ਸਮੇਂ ਮਗਰੋਂ ਬੁਖਾਰੇ ਦੇ ਇੱਕ ਮੁਗਲ ਬਾਦਸ਼ਾਹ ਨੇ ਬਠਿੰਡਾ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ ਤੇ ਭੱਟੀਆਂ ਨੂੰ ਮਾਲਵੇ ਦਾ ਇਲਾਕਾ ਛੱਡ ਕੇ ਪਟਨੇਰ ਦੇ ਇਲਾਕੇ ਵਿੱਚ ਆਬਾਦ ਹੋਣਾ ਪਿਆ, ਜਿੱਥੇ ਜਾ ਕੇ ਇਹਨਾਂ ਨੇ ਆਪਣੇ ਲਈ 52 ਵਿਗਿਆਂ ਵਿੱਚ ਇੱਕ ਸੁਰੱਖਿਅਤ ਕਿਲਾ ਬਣਾਇਆ ਜਿਸ ਨੂੰ ਅੱਜਕੱਲ ਭਾਰਤ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚ ਵੀ ਗਿਣਿਆ ਜਾਂਦਾ ਹੈ, ਜੋ ਕਿ ਰਾਜਸਥਾਨ ਵਿੱਚ ਅੱਜਕੱਲ ਹਨੂਮਾਨਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭੱਟੀ ਰਾਓ ਦੀ ਵੰਸ਼ ਵਿੱਚ ਇੱਕ ਬਹੁਤ ਹੀ ਪ੍ਰਤਾਪੀ ਰਾਜੇ ਜੈਸਲ ਰਾਓ ਦਾ ਜਨਮ ਹੋਇਆ ਜਿਸਨੇ 1156 ਈਸਵੀ ਵਿੱਚ ਜੈਸਲਮੇਰ ਸ਼ਹਿਰ ਵਸਾਇਆ। ਰਾਜੇ ਜੈਸਲ ਨੂੰ ਅੱਜਕੱਲ ਦੇ ਸਿੱਧੂ ਬਰਾੜ ਜੈਬਲ ਵੀ ਆਖ ਦਿੰਦੇ ਹਨ। ਰਾਜੇ ਜੈਸਲ ਦੇ ਘਰ 4 ਪੁੱਤਰਾਂ ਨੇ ਜਨਮ ਲਿਆ ਤੇ ਉਸਦਾ ਬੇਟਾ ਹੇਮ ਰਾਓ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ ਆ ਵਸਿਆ, ਜੋ ਕਿ ਬਾਅਦ ਵਿੱਚ ਸਿਰਸਾ, ਹਿਸਾਰ ਅਤੇ ਬਠਿੰਡੇ ਦੇ ਇਲਾਕਿਆਂ ਦਾ ਚੌਧਰੀ ਬਣ ਗਿਆ। ਹੇਮ ਰਾਓ ਦੀ 5ਵੀਂ ਪੀੜ੍ਹੀ ਵਿੱਚੋਂ ਖੀਵਾ ਰਾਓ ਹੋਇਆ, ਜਿਸ ਦੀ ਰਾਜਪੂਤ ਪਤਨੀ ਤੋਂ ਉਸਨੂੰ ਕੋਈ ਪੁੱਤਰ ਨਾ ਹੋਇਆ ਤਾਂ ਉਸਨੇ ਸਰਾਓ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਟੀ ਭਾਈਚਾਰੇ ਨੇ ਉਸਨੂੰ ਖੀਵਾ ਕੋਟਾ ਆਖ ਕੇ ਤਿਆਗ ਦਿੱਤਾ। 1250 ਈਸਵੀ 'ਚ ਖੀਵੇ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਉਸਨੇ ਸਿੱਧੂ ਰਾਓ ਰੱਖਿਆ। ਸਿੱਧੂ ਰਾਓ ਤੋਂ ਹੀ ਸਿੱਧੂ ਗੋਤ ਦੀ ਸ਼ੁਰੂਆਤ ਹੋਈ। ਸਿੱਧੂ ਰਾਓ ਨੇ ਜੱਟ ਗਿੱਲਾਂ ਦੀ ਕੁੜੀ ਨਾਲ ਵਿਆਹ ਕੀਤਾ ਜਿਸ ਤੋਂ ਉਸਦੇ 6 ਪੁੱਤਰ ਹੋਏ ਤੇ ਇਸ ਤਰ੍ਹਾਂ ਸਿੱਧੂ ਰਾਓ ਦੀ ਵੰਸ਼ ਜੱਟ ਬਰਾਦਰੀ ਵਿੱਚ ਸ਼ਾਮਲ ਹੋ ਗਈ। ਸਿੱਧੂਆਂ ਦੀਆਂ ਅੱਗੇ 7 ਮੂਹੀਆਂ ਹਨ। ਸਿੱਧੂ ਦੇ ਪੁੱਤਰ ਦਾੜ ਦੀ ਔਲਾਦ ਕੈਂਥਲ ਝੁੰਬੇ ਵਾਲੇ ਭਾਈ ਕੇ ਹਨ। ਧਰ ਦੀ ਔਲਾਦ ਪੀਰ ਕੋਟੀਏ ਹਨ। ਰੂਪ ਦੀ ਔਲਾਦ ਰੋਸੇ ਸਿੱਧੂ ਹਨ। ਸੁਰੋ ਦੀ ਔਲਾਦ ਮਹਿਰਮੀਏ ਸਿੱਧੂ ਹਨ ਜੋ ਕਿ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਔਲਾਦ ਮਲਕਾਣੇ ਅਤੇ ਨੌਰੰਗ ਆਦਿ ਦੇ ਪਿੰਡਾਂ ਵਿੱਚ ਵਸਦੀ ਹੈ। ਭੂਰੇ ਦੀ ਵੰਸ਼ ਵਿੱਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਸਿੱਧੂ ਦੇ ਇੱਕ ਪੁੱਤਰ ਦੀ ਵੰਸ਼ ਦਲਿਤਾਂ ਨਾਲ ਰਿਸ਼ਤੇਦਾਰੀ ਪਾ ਕੇ ਹਰੀਜਨਾਂ ਵਿੱਚ ਰਲ ਗਈ, ਜਿਸ ਕਾਰਨ ਇਹ ਗੋਤ ਨਾਈਆਂ ਅਤੇ ਮਜ਼੍ਹਬੀ ਸਿੱਖਾਂ 'ਚ ਵੀ ਮਿਲਦਾ ਹੈ। ਸਿੱਧੂ ਦੀ 10ਵੀਂ ਪੀੜ੍ਹੀ ਤੋਂ ਬਰਾੜ ਨਾਮ ਦੇ ਇੱਕ ਸ਼ੂਰਵੀਰ ਯੋਧੇ ਨੇ ਜਨਮ ਲਿਆ ਜਿਸ ਤੋਂ ਕਿ ਬਰਾੜ ਗੋਤ ਦੀ ਸ਼ੁਰੂਆਤ ਹੋਈ। ਅੱਜ ਬਰਾੜਾਂ ਦੇ ਗੋਤ ਵਿੱਚ ਜੋ ਇਹਨਾਂ ਦਮਖਮ ਤੇ ਅਣਖ ਹੈ ਉਹ ਇਹਨਾਂ ਨੂੰ ਇਸੇ ਹੀ ਯੋਧੇ ਤੋਂ ਵਿਰਾਸਤ ਵਿੱਚ ਮਿਲੀ। ਬਰਾੜ ਨੇ ਭੱਟੀਆਂ ਨੂੰ ਹਰਾ ਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ ਤੇ ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਇਸੇ ਕਾਰਨ ਬੀਦੋਵਾਲੀ ਨੂੰ ਬਰਾੜਾਂ ਦਾ ਮੁੱਢ ਮੰਨਿਆ ਜਾਂਦਾ ਹੈ। ਇੱਥੋਂ ਹੀ ਬਰਾੜ ਨੇ ਦਿੱਲੀ ਦੀ ਤਾਕਤਵਰ ਸਰਕਾਰ ਖਿਲਾਫ ਬਗਾਵਤ ਵੀ ਕੀਤੀ ਤੇ ਬੀਦੋਵਾਲੀ ਵਿੱਚ ਹੀ 1415 ਈਸਵੀ ਦੇ ਲਗਭਗ ਬਰਾੜ ਦੀ ਮੌਤ ਹੋ ਗਈ। ਸਿੱਧੂ ਬਰਾੜਾਂ ਦੀ ਬਹਾਦਰੀ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਪਰਸ਼ੀਆ ਅਤੇ ਅਫਗਾਨਿਸਤਾਨ ਦਾ ਮੁਗਲ ਰਾਜਾ ਤੈਮੂਰ ਅਨੇਕਾਂ ਰਾਜਾਂ ਨੂੰ ਜਿੱਤਣ ਤੇ ਤਬਾਹ ਕਰਨ ਤੋਂ ਬਾਅਦ ਆਪਣੇ 92,000 ਘੋੜਸਵਾਰਾਂ ਨਾਲ ਭਾਰਤ ਤੇ ਹਮਲਾ ਕਰਨ ਆਇਆ ਤਾਂ ਸਿੱਧੂ ਬਰਾੜਾਂ ਨੇ ਟੋਹਾਣੇ ਦੇ ਇਲਾਕੇ ਵਿੱਚ ਤੈਮੂਰ ਨੂੰ ਲੁੱਟਿਆ ਸੀ। ਉਸ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ, ਬਠਿੰਡੇ ਅਤੇ ਪੰਜਗਰਾਈ 3 ਚੌਧਰਾਂ ਹੋਇਆ ਕਰਦੀਆਂ ਸਨ। ਸਿੱਧੂ ਰਾਓ ਦੇ ਪੁੱਤਰ ਭੂਰੇ ਦੀ ਔਲਾਦ ਤਿਲਕ ਰਾਏ ਨੇ ਸੰਤ ਸੁਭਾਅ ਹੋਣ ਕਾਰਨ ਵਿਆਹ ਨਹੀਂ ਕਰਵਾਇਆ ਤੇ ਡਾਟ ਲਾਗ ਦੇ ਚਲਦਿਆਂ ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਾਲੇ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ, ਜਿਸ ਦੇ ਬਾਅਦ ਇਸ ਦੇ ਨਾਮ ਦਾ ਗੁਰਦੁਆਰਾ ਬਣਿਆ
ਤੇ ਸਾਰੇ ਸਿੱਧੂ ਅੱਜ ਵੀ ਇਸ ਮਹਾਂਪੁਰਸ਼ ਦੀ ਮਾਨਤਾ ਕਰਦੇ ਹਨ ਤੇ ਇਸ ਜਗ੍ਹਾ ਤੋਂ ਮਿੱਟੀ ਲਿਜਾ ਕੇ ਮਹਾਰਾਜ ਦੇ ਗੁਰਦੁਆਰੇ 'ਚ ਤਿਲਕ ਰਾਓ ਦਾ ਇੱਕ ਸਥਾਨ ਬਣਾਇਆ ਗਿਆ, ਜਿੱਥੇ ਸਿੱਧੂਆਂ ਦੇ ਬਾਈਏ ਜਾਣੀ ਕਿ 22 ਪਿੰਡਾਂ ਦੀਆਂ ਔਰਤਾਂ ਹਰ ਸਾਲ ਮਿੱਟੀ ਕੱਢਣ ਆਉਂਦੀਆਂ ਹਨ। ਪੁਰਾਣੇ ਸਮਿਆਂ 'ਚ ਪੰਜਾਬ ਦੇ 9 ਪੰਚਾਇਤਾਂ ਵਾਲੇ ਸਭ ਤੋਂ ਵੱਡੇ ਪਿੰਡ ਮਹਾਰਾਜ ਨਾਲ ਵੀ ਸਿੱਧੂ ਬਰਾੜਾਂ ਦਾ ਬਹੁਤ ਵਿਲੱਖਣ ਇਤਿਹਾਸ ਜੁੜਿਆ ਹੋਇਆ ਹੈ। ਇਤਿਹਾਸ ਅਨੁਸਾਰ ਇਸ ਪਿੰਡ ਦਾ ਵਡੇਰਾ ਮਹਾਰਾਜ ਰਾਓ ਸੀ ਤੇ ਮਹਾਰਾਜ ਰਾਓ ਦਾ ਪੁੱਤਰ ਪੱਖੋ ਰਾਓ ਬੀਦੋਵਾਲੀ ਦਾ ਚੌਧਰੀ ਸੀ। ਮੁਗਲ ਬਾਦਸ਼ਾਹ ਨੇ ਉਸ ਦੀ ਧੀ ਦਾ ਡੋਲਾ ਮੰਗ ਲਿਆ, ਪਰ ਪੱਖੋ ਰਾਓ ਨੇ ਡੋਲਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ਦਾ ਮੁਗਲ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਤੇ ਉਸਨੇ ਬਠਿੰਡੇ ਦੇ ਭੱਟੀਆਂ ਨੂੰ ਮਦਦ ਦੇ ਕੇ ਇਹਨਾਂ ਕੋਲੋਂ ਬੀਦੋਵਾਲ ਦੀ ਚੌਧਰ ਖੋਹ ਲਈ, ਜਿਸ ਕਾਰਨ ਪੱਖੋ ਰਾਓ ਤੇ ਉਸਦੇ ਪੁੱਤਰ ਬਾਬਾ ਮੋਹਣ ਆਪਣੇ ਪਰਿਵਾਰ ਸਮੇਤ ਆਸੇ-ਪਾਸੇ ਦੇ ਇਲਾਕਿਆਂ ਵਿੱਚ ਲੁਕ ਛਿਪ ਕੇ ਦਿਨ ਕੱਟਣ ਲੱਗੇ। ਸਮਾਂ ਬੀਤਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਪ੍ਰਚਾਰ ਲਈ ਇਸ ਇਲਾਕੇ ਵਿੱਚ ਆਪਣੇ ਚਰਨ ਪਾਏ ਤਾਂ ਉਸ ਸਮੇਂ ਮਹਾਰਾਜ ਰਾਓ ਦਾ ਪੜਪੋਤਾ ਤੇ ਮੋਹਨ ਰਾਓ ਦਾ ਪੁੱਤਰ ਕਾਲਾ ਬਰਾੜ ਗੁਰੂ ਜੀ ਦਾ ਪੱਕਾ ਸੇਵਕ ਬਣਿਆ ਤੇ ਜਦ 1635 ਈਸਵੀ 'ਚ ਸ਼ਾਹਜਹਾਨ ਨੇ ਮਹਾਰਾਜ ਦੇ ਨੇੜੇ ਗੁਰੂ ਜੀ ਤੇ ਹਮਲਾ ਕੀਤਾ ਤਾਂ ਕਾਲੇ ਬਰਾੜ ਨੇ ਆਪਣੇ ਸਾਰੇ ਭਾਈਚਾਰੇ ਸਮੇਤ ਡਟ ਕੇ ਗੁਰੂ ਜੀ ਦਾ ਸਾਥ ਦਿੱਤਾ। ਗੁਰੂ ਸਾਹਿਬ ਦੀ ਜਿੱਤ ਹੋਈ ਤਾਂ ਉਹਨਾਂ ਨੇ ਕਾਲੇ ਬਰਾੜ ਨੂੰ ਕਿਹਾ ਕਿ ਜਿੰਨਾ ਵੀ ਇਲਾਕਾ ਤੂੰ ਚਾਹੁੰਦਾ ਹੈ ਹੁਣੇ ਵਗ ਲੈ ਤੇ ਮੋੜੀ ਕੱਢ ਦੇ। ਕਾਲੇ ਨੇ 22 ਪਿੰਡਾਂ ਦਾ ਇਲਾਕਾ ਆਥਣ ਤੱਕ ਵਗ ਲਿਆ, ਪਰ ਭੁੱਲਰਾਂ ਨੇ ਕਾਲੇ ਦੀ ਗੱਡੀ ਹੋਈ ਮੋੜੀ ਖੂਹ ਵਿੱਚ ਸੁੱਟ ਦਿੱਤੀ ਤਾਂ ਕਾਲਾ ਇਸ ਦੀ ਸ਼ਿਕਾਇਤ ਲੈ ਕੇ ਗੁਰੂ ਸਾਹਿਬ ਕੋਲ ਗਿਆ ਤੇ ਅੱਗਿਓਂ ਗੁਰੂ ਸਾਹਿਬ ਨੇ ਆਖਿਆ ਕਿ ਭਾਈ ਕਾਲੇ, ਤੇਰੀ ਜੜ ਹੁਣ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾਂ ਕਾਲੇ ਨੇ ਗੁਰੂ ਸਾਹਿਬ ਦੇ ਬਚਨਾਂ ਨਾਲ ਮਹਾਰਾਜ ਸਣੇ 22 ਪਿੰਡ ਵਸਾਏ ਤੇ ਸਿੱਧੂਆਂ ਦੇ ਇਹਨਾਂ 22 ਪਿੰਡਾਂ ਨੂੰ ਬਾਈਆ ਵੀ ਕਿਹਾ ਜਾਂਦਾ ਹੈ। ਮਹਾਰਾਜ ਦੀ ਜੰਗ ਤੋਂ ਬਾਅਦ ਕਾਲਾ ਆਪਣੇ ਦੋਨੇ ਭਤੀਜਿਆਂ ਫੂਲ ਅਤੇ ਸੰਦਲ ਨੂੰ ਲੈ ਕੇ ਗੁਰੂ ਸਾਹਿਬ ਕੋਲ ਗਿਆ। ਤਦ ਸੁਭਾਵਕ ਹੀ ਛੋਟੀ ਉਮਰ ਦਾ ਫੂਲ ਆਪਣੇ ਢਿੱਡ ਤੇ ਹੱਥ ਫੇਰਨ ਲੱਗ ਪਿਆ ਤੇ ਗੁਰੂ ਸਾਹਿਬ ਨੇ ਜਦ ਕਾਲੇ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਕਾਲੇ ਨੇ ਕਿਹਾ ਕਿ ਬਾਲਕ ਭੁੱਖਾ ਹੋਣ ਕਾਰਨ ਢਿੱਡ ਤੇ ਹੱਥ ਫੇਰ ਰਿਹਾ ਹੈ। ਗੁਰੂ ਜੀ ਨੇ ਇਸ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਾਲਕ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਲੱਖਾਂ ਲੋਕਾਂ ਦਾ ਪੇਟ ਭਰੇਗਾ ਤੇ ਇਸ ਦੀ ਸੰਤਾਨ ਰਾਜ ਭਾਗ ਮਾਣੇਗੀ। ਇਸ ਤਰ੍ਹਾਂ ਗੁਰੂ ਜੀ ਦੇ ਵਚਨਾਂ ਸਦਕਾ ਚੌਧਰੀ ਫੂਲ ਦੀ ਵੰਸ਼ ਵਿੱਚੋਂ ਨਾਭਾ, ਪਟਿਆਲਾ ਅਤੇ ਜੀਂਦ ਰਿਆਸਤਾਂ ਦਾ ਜਨਮ ਹੋਇਆ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਤੱਕ ਮਾਲਵੇ ਵਿੱਚ ਰਾਜ ਕੀਤਾ। ਚੌਧਰੀ ਫੂਲ ਦੇ ਪੋਤਿਆਂ ਚੋਂ ਬਾਬਾ ਆਲਾ ਸਿੰਘ ਬੜਾ ਸ਼ਕਤੀਸ਼ਾਲੀ ਤੇ ਸੂਝਵਾਨ ਇਨਸਾਨ ਸੀ, ਜਿਸਨੇ ਬਰਨਾਲਾ, ਸੁਨਾਮ ਅਤੇ ਪਟਿਆਲੇ ਦੇ ਇਲਾਕਿਆਂ ਨੂੰ ਜਿੱਤਿਆ ਤੇ ਪਟਿਆਲਾ ਰਿਆਸਤ ਦੀ ਨੀਂਹ ਰੱਖੀ। ਗੁਰਦਿੱਤ ਸਿੰਘ ਨਾਭਾ ਰਾਜ ਘਰਾਣੇ ਦਾ ਮੋਢੀ ਹੋਇਆ ਤੇ ਸੁਖਚੈਨ ਸਿੰਘ ਨੇ ਜੀਂਦ ਰਿਆਸਤ ਦੀ ਸਥਾਪਨਾ ਕੀਤੀ ਤੇ ਉਸ ਤੋਂ ਬਾਅਦ ਇਸ ਤਿੰਨੇ ਰਿਆਸਤਾਂ ਤੇ ਸਮੇਂ-ਸਮੇਂ ਵਿੱਚ ਬਰਾੜਾਂ ਦੇ ਅਨੇਕਾਂ ਰਾਜਿਆਂ ਨੇ ਰਾਜ ਕੀਤਾ। ਗੁਰੂ ਗੋਬਿੰਦ ਸਿੰਘ ਜੀ ਸਿੱਧੂ ਬਰਾੜਾਂ ਤੇ ਬੜਾ ਮਾਣ ਕਰਿਆ ਕਰਦੇ ਸਨ। ਉਸ ਸਮੇਂ ਮਾਲਵੇ ਵਿੱਚ ਸਿੱਧੂ ਬਰਾੜਾਂ ਦਾ ਦਬਦਬਾ ਹੋਇਆ ਕਰਦਾ ਸੀ। ਔਰੰਗਜ਼ੇਬ ਵੀ ਇਹਨਾਂ ਤੋਂ ਡਰਦਾ ਮਾਲਵੇ ਵੱਲ ਮੂੰਹ ਤੱਕ ਨਹੀਂ ਸੀ ਕਰਦਾ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਗੁਰੂ ਜੀ ਦਾ ਸਾਥ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਵਿੱਚ ਔਰੰਗਜ਼ੇਬ ਨੂੰ ਜੋ ਜ਼ਫਰਨਾਮਾ ਲਿਖਿਆ ਸੀ, ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਸਾਰੀ ਬਰਾੜ ਕੌਮ ਮੇਰੇ ਨਾਲ ਹੈ। ਤਾਂ ਇਹ ਸੀ ਸਿੱਧੂ ਅਤੇ ਬਰਾੜਾਂ ਦਾ ਇਤਿਹਾਸ।